ਸਵਾਲ ਜਵਾਬ ਸੀ, ਜੇ ਉਹਨਾਂ ਦੇ ਨਾਲ ਅਸੀਂ ਕੋਈ ਸਵਾਲ ਕਰਨਾ ਚਾਹੁੰਦੇ ਸੀ, ਇਹ ਹੁਣ ਚੱਲਦੇ ਪ੍ਰੋਗਰਾਮ ਦੇ ਨਾਲੋਂ ਆਪਾਂ ਜੇ ਇੱਕ ਮੀਟਿੰਗ ਰੱਖ ਲੈਂਦੇ ਉਹਨਾਂ ਦੇ ਨਾਲ, ਉਹ ਜਿਸ ਤਰ੍ਹਾਂ ਕਮੇਟੀ ਕੋਲ ਆਏ ਸੀ ਉਹਨਾਂ ਨੂੰ ਤੁਸੀਂ ਕਹਿ ਕੇ ਮੀਟਿੰਗ ਰੱਖ ਕੇ ਇੱਦਾਂ ਸਵਾਲ ਜਵਾਬ ਹੋ ਜਾਂਦੇ ਤੇ ਸ਼ਾਇਦ ਝਗੜੇ ਦਾ ਕਾਰਨ ਨਾ ਬਣਦੇ। ਸੋ ਉਸ ਟਾਈਮ ਵੀ ਇਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਸੀ, ਤੇ ਜੇ ਉਸ ਟਾਈਮ ਇੰਨਾ ਹੋਣ ਦੇ ਬਾਵਜੂਦ ਵੀ ਇਹਨਾਂ ਗੱਲ ਨਹੀਂ ਸੁਣੀ, ਮੁੜ ਕੇ ਇਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਨਹੀਂ ਬੁਲਾਉਂਦੇ, ਹੁਣ ਇਹਨਾਂ ਫਿਰ ਬੁਲਾਇਆ। ਤਾਂ ਇਹਨਾਂ ਨੇ ਜਿਹੜਾ ਪ੍ਰੋਗਰਾਮ ਹੈ ਉਹ ਬਿਲਕੁਲ ਸੀਕ੍ਰੇਟ ਹੀ ਰੱਖਿਆ। ਇਹਨਾਂ ਨੇ ਇੱਕ ਦਿਨ ਪਹਿਲਾਂ ਰਿਲੀਜ਼ ਕੀਤਾ ਜੀ ਹੁੰਦਾ ਤਾਂ ਅਸੀਂ ਐਵੇਂ ਹੁਲੜਬਾਜੀ ਜਾ ਕੇ ਮਚਾਣੀ ਜਾਂ ਸੰਗਤ ਵਿੱਚ ਡਿਸਟਰਬਿੰਗ ਕਰਨੀ। ਹੁਣ 500-700 ਬੰਦਾ ਅੰਦਰ ਬੈਠਾ ਸੀਗਾ, ਇਹ ਫੁੱਲ ਹਾਲ ਭਰਿਆ ਸੀਗਾ, ਪਰ ਉਹਦੇ ਵਿੱਚ ਬੈਠ ਕੇ ਜਦੋਂ ਤੁਸੀਂ ਖਾਮ ਖਈ ਆ ਕੇ ਡਿਸਟਰਬਿੰਗ ਕਰਨੀ ਸ਼ੁਰੂ ਹੋਈ, ਫਿਰ ਸਾਰਿਆਂ ਨੂੰ ਗੁੱਸਾ ਆਇਆ। ਵਿਰੋਧ ਕਰਨਾ ਸੀ, ਜੇ ਬਾਹਰ ਖਲੋ ਕੇ ਆਪਾਂ ਜੇ ਵਿਰੋਧ ਕਰ ਲੈਂਦੇ ਅੰਦਰ ਨਾ ਜਾਂਦੇ ਫਿਰ ਸ਼ਾਇਦ ਲੜਾਈ ਨਾ ਹੁੰਦੀ। ਪਰ ਸਾਡਾ ਅੰਦਰ ਜਾ ਕੇ ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਜਾਣ ਕੇ ਗੱਲ ਕਰਦੇ ਹਾਂ। ਹਾਂਜੀ। ਸਾਡੀ ਇੱਕ ਵੀ ਰੰਜਕ ਮਾਤਰ ਵੀ ਕੋਈ ਮਕਸਦ ਨਹੀਂ ਸੀਗਾ ਕਿ ਕੋਈ ਅਸੀਂ ਆਪਾਂ ਕੋਈ ਉੱਥੇ ਜਾ ਕੇ ਖੱਲੜਬਾਜੀ ਕਰਨੀ ਹੈ ਜਾਂ ਕੋਈ ਲੜਨਾ ਆ। ਜਸਟ ਅਸੀਂ ਪਰਿਕਰਮਾ ਕੀਤੀ, ਮੱਥਾ ਟੇਕਿਆ। ਇਹਨਾਂ ਨੇ ਸੋ ਧੁੰਦੇ ਨੂੰ ਇੱਦਾਂ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਦੇ ਜਿਹੜੇ ਐਕਸ਼ਨ ਦਿੱਤੇ ਇਸ ਤਰੀਕੇ ਦੇ ਨਾਲ ਉਹ ਕਰ ਰਹੇ ਸੀਗੇ ਕਿ ਹਰੇ ਨੂੰ ਉਹਨਾਂ ਨੂੰ ਹੱਥੀ ਪੈਣਾ ਹੈ। ਸਾਂਝਾ ਪੰਜਾਬ USA TV ਤੋਂ ਬਲਵੰਦਰ ਸਿੰਘ ਬਾਜਵਾ ਵੱਲੋਂ ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਅਸੀਂ ਵੈਲਕਮ ਕਰਦੇ ਹਾਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ। ਜਿਵੇਂ ਕਿ ਅਸੀਂ ਸਮੇਂ-ਸਮੇਂ 'ਤੇ ਹਮੇਸ਼ਾ ਕੋਈ ਕੌਮ ਦੀ ਗੱਲ ਹੋਵੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਹਿੰਦੇ ਹਾਂ। ਜਿੱਥੇ ਅਸੀਂ ਦੂਸਰੇ ਧਰਮਾਂ ਦੇ ਲੋਕਾਂ ਦੇ ਨਾਲ ਜਦੋਂ ਕੋਈ ਸਾਡੇ ਇਤਿਹਾਸ ਬਾਰੇ, ਸਾਡੀ ਦਸਤਾਰ ਬਾਰੇ ਜਦੋਂ ਕੋਈ ਗੱਲ ਕਰਦੇ ਹਨ ਤਾਂ ਅਸੀਂ ਸਾਰੀ ਕੌਮ ਜਿਹੜੀ ਬਣਦੀ ਚਿੰਤਾ ਪ੍ਰਗਟਾਉਂਦੇ ਹਾਂ ਅਤੇ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਨਾਲ ਅਸੀਂ ਕਾਨੂੰਨੀ ਤੌਰ 'ਤੇ ਅਤੇ ਹਰ ਪੱਖੋਂ ਨਜਿੱਠਿਆ ਜਾਵੇ। ਪਰ ਇੱਕ ਵਾਰੀ ਫਿਰ ਜਦੋਂ ਸਾਡੇ ਆਪਣੇ ਹੀ ਧਾਰਮਿਕ ਅਸਥਾਨਾਂ ਦੇ ਉੱਤੇ ਆਪਣੇ ਵਿਚਾਰਾਂ ਦੇ ਕਰਕੇ, ਇੱਕ ਦੂਜੇ ਨਾਲ ਵਿਚਾਰ ਨਾ ਰਲਣ ਕਰਕੇ, ਇਹੋ ਜਿਹੀਆਂ ਗੱਲਾਂ ਕਰਕੇ ਜਦੋਂ ਆਪਸ ਵਿੱਚ ਸਾਡੇ ਝਗੜੇ ਹੁੰਦੇ ਹਨ, ਲੜਾਈਆਂ ਹੁੰਦੀਆਂ ਹਨ, ਤਾਂ ਇੱਕ ਵਾਰੀ ਫਿਰ ਇੱਕ ਬਹੁਤ ਚਿੰਤਾ ਦਾ ਵਿਸ਼ਾ ਬਣ ਜਾਂਦੀਆਂ ਹਨ। ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਨਿਊਯਾਰਕ ਦੇ ਗੁਰੂ ਘਰ 114 ਸਟਰੀਟ 101 ਐਵਨਿਊ ਤੇ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲਵਾਣਾ। ਉੱਥੇ ਸਰਬਜੀਤ ਸਿੰਘ ਜੀ ਧੁੰਦਾ ਜੋ ਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਕਥਾ ਕਰ ਰਹੇ ਸਨ। ਸੋ ਸੰਡੇ ਦਾ ਦਿਨ ਸੀ ਅੱਜ 9 ਜੁਲਾਈ ਨੂੰ। ਸੋ ਜਦੋਂ ਉਹ ਕਥਾ ਕਰ ਰਹੇ ਸਨ ਤੇ ਕੁਝ ਸਿੰਘਾਂ ਦੇ ਵੱਲੋਂ ਉੱਥੇ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਤੇ ਉਹਨਾਂ ਦੀ ਕਥਾ ਚੱਲਦਿਆਂ ਦੇ ਵਿੱਚ ਉਹਨਾਂ ਨੇ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਸੀ ਉਹ ਕਰਕੇ ਜਕਾਰਾ ਲਾ ਕੇ ਤੇ ਉਹ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਕੁਦਰਤੀ ਗੱਲ ਸੀ ਕਿ ਜਿਹੜਾ ਮਾਹੌਲ ਸੀ ਤਣਾਅਪੂਰਨ ਹੋ ਗਿਆ। ਇੰਨਾ ਮਾਹੌਲ ਤਣਾਅਪੂਰਨ ਹੋ ਗਿਆ ਕਿ ਇੱਕ ਦੂਸਰੇ ਦੀਆਂ ਜਿਹੜੀਆਂ ਦਸਤਾਰਾਂ ਵੀ ਲੱਥੀਆਂ, ਗੰਭੀਰ ਸੱਟਾਂ ਵੀ ਲੱਗੀਆਂ ਅਤੇ ਪੁਲਿਸ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਈ। ਸੋ ਉੱਥੋਂ ਦੀ ਜਿਹੜੀ ਸਾਰੀ ਗੱਲਬਾਤ ਸੀ, ਜਿਹੜੀ ਰਿਪੋਰਟ ਸੀ, ਹਮੇਸ਼ਾ ਜਿਹੜੀਆਂ ਕੋਈ ਵੀ ਆਪਸ ਵਿੱਚ ਜਿਹੜੇ ਤਕਰਾਰ ਜਾਂ ਸਾਡੇ ਜੇ ਵਿਚਾਰ ਨਾ ਮਿਲਦੇ ਹੋਣ ਤਾਂ ਸਾਨੂੰ ਆਪਸ ਵਿੱਚ ਬੈਠ ਕੇ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਜਦੋਂ ਸਾਡੇ ਗੁਰੂ ਘਰਾਂ ਦੇ ਵਿੱਚ ਝਗੜੇ ਹੁੰਦੇ ਹਨ, ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਆਮ ਹੈ, ਮਿੰਟਾਂ ਦੇ ਵਿੱਚ ਹੀ ਸਾਰੀ ਦੁਨੀਆ ਦੇ ਵਿੱਚ ਜਿਹੜੀਆਂ ਖਬਰਾਂ ਪਹੁੰਚ ਜਾਂਦੀਆਂ ਹਨ, ਜਿਸ ਦੇ ਨਾਲ ਸਾਡੀ ਜਿਹੜੀ ਸਾਰੀ ਕੌਮ ਹੈ ਇਸ ਨੂੰ ਫਿਰ ਸ਼ਰਮਸਾਰ ਹੋਣਾ ਪੈਂਦਾ ਹੈ। ਸੋ ਜੋ ਕੁਛ ਉੱਥੇ ਹੋਇਆ ਅਸੀਂ ਤੁਹਾਨੂੰ ਅੱਜ ਅਸੀਂ ਜਿਹੜੇ ਦੋਨੇ ਗਰੁੱਪ ਸਨ, ਗੁਰੂ ਘਰ ਦੀ ਜਿਹੜੀ ਕਮੇਟੀ ਸੀ, ਅਸੀਂ ਉੱਥੋਂ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਦਲੇਰ ਸਿੰਘ ਜੀ ਨਾਲ ਵੀ ਗੱਲ ਕੀਤੀ ਅਤੇ ਜਿਹੜੇ ਦੂਸਰੇ ਭਾਈ ਇੰਦਰਜੀਤ ਸਿੰਘ ਅਤੇ ਬਲਜੀਤ ਸਿੰਘ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਕੇ ਅਸੀਂ ਦੋਨਾਂ ਦਾ ਹੀ ਪੱਖ ਲਿਆ ਵੀ ਉਹਨਾਂ ਨੇ ਇਸ ਜਿਹੜਾ ਝਗੜੇ ਦਾ ਕਾਰਨ ਸੀ ਕੀ ਦੱਸਿਆ। ਇਹ ਤੁਸੀਂ ਆਪ ਹੀ ਸੁਣ ਲਓ ਕਿ ਕੀ ਉੱਥੇ ਗੱਲ ਹੋਈ, ਕਿਵੇਂ ਝਗੜਾ ਹੋਇਆ ਤੇ ਕਿਉਂ ਝਗੜਾ ਇਹ ਕਿਵੇਂ ਰੋਕਿਆ ਜਾ ਸਕਦਾ ਸੀ ਅਤੇ ਇਹੋ ਜਿਹੇ ਝਗੜੇ ਅੱਗੇ ਤੋਂ ਕਿਵੇਂ ਰੁਕਣੇ ਚਾਹੀਦਾ, ਇਹ ਸਾਨੂੰ ਜਿਹੜਾ ਜ਼ਰੂਰ ਸੋਚਣਾ ਪਏਗਾ। ਸੋ ਤੁਸੀਂ ਵੇਖੋ ਇਹ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਖੜੇ ਹਾਂ ਗੁਰਦੁਆਰਾ ਸਾਹਿਬ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ, ਜੁਲਾਈ 9 2023। ਸੋ ਸਾਡੇ ਨਾਲ ਇੱਥੋਂ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਦਲੇਰ ਸਿੰਘ ਜੀ ਇਸ ਟਾਈਮ ਖੜੇ ਸੀ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਜਿਵੇਂ ਕਿ ਕੁਛ ਦਿਨਾਂ ਤੋਂ ਲਗਾਤਾਰ ਜਿਹੜਾ ਸੀ ਭਾਈ ਸਰਬਜੀਤ ਸਿੰਘ ਜੀ ਧੁੰਦਾ ਸਨ, ਉਹਨਾਂ ਦਾ ਜਿਹੜਾ ਕਥਾ ਦਾ ਪ੍ਰੋਗਰਾਮ ਚੱਲ ਰਿਹਾ ਸੀ 2 ਦਿਨ, ਤੇ ਅੱਜ ਲਾਸਟ ਦਿਨ ਸੀ ਸੰਡੇ ਦਾ, ਐਤਵਾਰ ਵਾਲੇ ਦਿਨ। ਸੋ 2-3 ਦਿਨ ਇਹਨਾਂ ਦਾ ਲਾਈਵ ਵੀ ਚੱਲਿਆ ਅਤੇ ਸੰਗਤਾਂ ਵੀ ਬੈਠੀਆਂ ਸਨ। ਸੋ ਉਹਨਾਂ ਦੇ ਵੱਲੋਂ ਮੇਰਾ ਖਿਆਲ ਕਿਹਾ ਵੀ ਗਿਆ ਸੀ ਕਿ ਕੁਐਸਚਨ ਕਰੋ, ਕੋਈ ਕੁਐਸਚਨ ਨਹੀਂ ਹੋਏ। ਸੋ ਦਲੇਰ ਸਿੰਘ ਜੀ ਕੀ ਕਹੋਗੇ, ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਕੁਛ ਰੌਲਾ ਰੱਪਾ ਵੀ ਪਿਆ, ਕੁਛ ਝਗੜਾ ਵੀ ਹੋਇਆ, ਇਹ ਕਿਸ ਤਰ੍ਹਾਂ ਹੋਇਆ ਤੇ ਕੀ ਕਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਾਜਵਾ ਸਾਹਿਬ ਰਾਤੀ ਤੁਹਾਡੇ ਨਾਲ ਪਹਿਲਾਂ ਮੇਰੀ ਗੱਲ ਹੋਈ ਸੀ ਹਾਂਜੀ, ਹਾਂਜੀ, ਫੋਨ ਦੇ ਉੱਤੇ ਮੈਂ ਗੱਲ ਤੁਹਾਡੇ ਨਾਲ ਮੈਂ ਇੱਕ ਵਾਰੀ ਫੇਰ ਗੱਲ ਦੱਸ ਦੇਣਾ ਚਾਹੁੰਦਾ। ਅਸੀਂ ਕੱਲ ਲਾਈਵ ਕੀਤਾ ਸੀ ਦਲੇਰ ਸਿੰਘ ਜੀ ਦੇ ਨਾਲ, ਤੇ ਮੈਂ ਜਦੋਂ ਇੱਕ ਫਲੈਰ ਪੜਿਆ ਸੀ ਜਿਸ ਦੇ ਉੱਤੇ ਕਿ ਉਹਨਾਂ ਦੇ ਨੰਬਰ ਲਿਖੇ ਹੋਏ ਸਨ ਕਿ ਉਹਨਾਂ ਵਿਰੋਧ ਕਰਨ ਜਾਣਾ, ਉਹਨਾਂ ਵਿੱਚ ਮੇਨ ਨੰਬਰ ਭਾਈ ਬਲਜੀਤ ਸਿੰਘ ਜੀ ਦਾ ਸੀ। ਮੈਂ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਉਹਨਾਂ ਨਾਲ ਲਾਈਵ ਕਰਨ ਲੱਗਾ, ਜੇ ਤੁਸੀਂ ਵੀ ਨਾਲ ਗੱਲ ਕਰਨੀ ਚਾਹੁੰਦੇ ਹੋ ਤਾਂ ਆ ਜਾਓ, ਤੇ ਜੇ ਉਹਨਾਂ ਦੇ ਨਾਲ ਕੋਈ ਵਿਚਾਰ ਕਰਨ ਦਾ ਟਾਈਮ ਰੱਖਣਾ ਤਾਂ ਵੀ ਆਪਾਂ ਸਾਡੀ ਗੱਲ ਹੋ ਨਹੀਂ ਸਕੀ। ਹਾਂਜੀ ਦਲੇਰ ਸਿੰਘ ਜੀ। ਹਾਂਜੀ ਵੀਰ ਜੀ, ਮੈਂ ਤੁਹਾਡੇ ਨਾਲ ਜਦੋਂ ਰਾਤੀ ਗੱਲ ਕੀਤੀ, ਮੈਂ ਕਿਹਾ ਤੁਸੀਂ ਮੈਨੂੰ ਰਿਕੁਐਸਟ ਕੀਤੀ ਵੀ ਜੇ ਬੈਠ ਕੇ ਮਸਲਾ ਹੱਲ ਹੁੰਦਾ ਤਾਂ ਉਹਨੂੰ ਕਰੋ। ਹਾਂਜੀ ਮੈਂ ਤੇ ਤੁਹਾਨੂੰ ਕਿਹਾ ਸੀਗਾ ਵੀ ਕੋਈ ਗੱਲ ਨਹੀਂ, ਬੈਠਣਾ ਚਾਹਣ ਤਾਂ ਬਹਿ ਵੀ ਸਕਦੇ ਨੇ, ਕੋਈ ਐਸੀ ਗੱਲ ਨਹੀਂ। ਹਾਂਜੀ ਤਾਂ ਫਿਰ ਉਸ ਚੀਜ਼ ਨੂੰ ਮੁੱਖ ਰੱਖਦੇ ਹੋਇਆ ਸਵੇਰੇ ਜਦੋਂ ਮੈਨੂੰ ਫਿਰ ਪਤਾ ਲੱਗਾ ਵੀ ਉਹਨਾਂ ਨੇ ਪ੍ਰੋਟੈਸਟ ਕਰਨਾ, ਤੇ ਮੈਂ ਕਿਹਾ ਕੋਈ ਗੱਲ ਨਹੀਂ, ਉਹਨਾਂ ਨੂੰ ਕਰਨ ਦਿਓ ਵੀ ਉਹਨਾਂ ਦੀ ਆਪਣੀ ਮਰਜ਼ੀ, ਜਿਸ ਤਰ੍ਹਾਂ ਵੀ ਮਰਜ਼ੀ ਕਰ ਸਕਣ, ਪਰ ਡਿਸਟਰਬਿੰਗ ਨਹੀਂ ਨਾ ਕਰਨ ਤੇ ਆਪਣਾ ਮੁਜ਼ਾਹਰਾ ਕਰਨ ਬਾਹਰ ਕੱਢ ਕੇ। ਸੋ ਅਸੀਂ ਵੀ ਕਈ ਵਾਰੀ ਮੁਜ਼ਾਹਰੇ ਕਰਦੇ ਹਾਂ ਕੌਂਸਲ ਅੱਗੇ ਜਾ ਕੇ, ਜਾਂ ਕਿਧਰੇ ਜਾ ਕੇ, ਜਾਂ UN ਦੇ ਅੱਗੇ ਜਾ ਕੇ ਕਰਦੇ ਹਾਂ, ਪਰ ਅਸੀਂ ਉੱਥੇ ਜਾ ਕੇ ਭੰਨ ਤੋੜ ਥੋੜ੍ਹੀ ਕਰਦੇ ਹਾਂ ਜਾਂ ਫਾਲਤੂ ਥੋੜੀ ਹੁੱਲੜਬਾਜ਼ੀ ਥੋੜੀ ਮਚਾਉਂਦੇ ਹਾਂ। ਹਾਂਜੀ ਹਾਂਜੀ। ਤਾਂ ਜਦੋਂ ਹੁਣ ਸਵੇਰੇ ਆਏ ਤੇ ਇਹਨਾਂ ਨੇ ਬਾਹਰੋਂ ਕਸਮਾਂ ਖਾਧੀਆਂ ਵੀ ਅਸੀਂ ਅੰਦਰ ਜਾਣਾ, ਮੱਥਾ ਟੇਕਾਂਗੇ, ਅਸੀਂ ਕੁਝ ਨਹੀਂ ਕਰਾਂਗੇ। ਇਹ ਕਿੰਨੇ ਸਿੰਘ ਸੀ ਜੀ? ਇਹ 4-5 ਜਣੇ ਸੀਗੇ। ਅੱਛਾ ਜੀ। 5 ਜਣੇ ਸੀ, 5-6 ਜਣੇ ਸੀ। ਅੱਛਾ ਜੀ। ਤੇ ਵੀ ਅਸੀਂ ਵੀ ਕਸਮ ਖਾ ਕੇ ਵੀ ਗਏ ਵੀ ਅੰਦਰ ਅਸੀਂ ਕੁਝ ਨਹੀਂ ਕਰਾਂਗੇ ਤੇ ਮੱਥਾ ਟੇਕ ਕੇ ਅਸੀਂ ਬਾਹਰ ਆ ਜਾਾਂਗੇ। ਠੀਕ ਹੈ। ਉਹ ਫਿਰ ਮੈਨੂੰ ਪੁੱਛਣ ਲੱਗੇ ਵੀ ਕਿਵੇਂ ਆ। ਮੈਂ ਕਿਹਾ ਯਾਰ ਆਪਾਂ ਮੱਥਾ ਟੇਕ ਨੂੰ ਕਿਸੇ ਨੂੰ ਨਹੀਂ ਰੋਕਦੇ, ਕਿਉਂਕਿ ਦੁਨੀਆ ਨੇ ਕਹਿਣਾ ਸੀ ਜੇ ਅਸੀਂ ਰੋਕਦੇ ਦੁਨੀਆ ਨੇ ਕਹਿਣਾ ਸੀ ਉਹਨਾਂ ਨੂੰ ਮੱਥਾ ਨਹੀਂ ਟੇਕਣ ਦਿੱਤਾ, ਹਨਾ। ਹਾਂਜੀ ਹਾਂਜੀ। ਫਿਰ ਮੱਥਾ ਟੇਕਦੇ ਹੀ ਅੱਗੇ ਹੀ ਬਹਿ ਗਏ ਆ, ਹਾਂਜੀ ਫਰੰਟ ਤੇ ਬੈਠ ਗਏ। ਅੱਛਾ ਜੀ। ਤੇ ਸਰਬਜੀਤ ਤੇ ਉਹ ਕਥਾ ਕਰੀ ਗਿਆ ਕੰਟੀਨਿਊ। ਹਾਂਜੀ। ਲੇਕਿਨ ਜਦੋਂ ਇਹਨਾਂ ਨੇ ਨਾਮ ਜਪਣਾ ਉੱਚੀ ਉੱਚੀ ਸ਼ੁਰੂ ਕਰ ਦਿੱਤਾ, ਸਾਰੀ ਸੰਗਤ ਮੈਨੂੰ ਕਹਿਣ ਲੱਗੀ ਪ੍ਰਧਾਨ ਜੀ ਇਹ ਕੀ ਹੋ ਗਿਆ। ਹਾਂਜੀ। ਮੈਂ ਫਿਰ ਇਹਨਾਂ ਨੂੰ ਜਾ ਕੇ ਮੈਂ ਹੱਥ ਜੋੜੇ, ਮੈਂ ਕਿਹਾ ਯਾਰ ਤੁਸੀਂ ਬਾਅਦ ਜਿਹੜੀ ਗੱਲ ਕਰਨੀ ਮੈਂ ਤੁਹਾਨੂੰ ਬਾਅਦ ਟਾਈਮ ਦੇ ਦਿਆਂਗਾ ਸਟੇਜ ਤੇ, ਤੁਸੀਂ ਕਰਨਾ ਕਰ ਲਓ ਬਈ, ਨਾ ਬੋਲੋ ਜ਼ਿਆਦਾ, ਚੁੱਪ ਕਰੋ। ਫਿਰ ਉਹਨੇ ਮੇਰੇ ਜਦੋਂ ਇਵੇਂ ਕਰਕੇ ਕੂਣੀ ਮਾਰ ਕੇ ਮੈਨੂੰ ਦੱਸਿਆ ਵੀ ਨਹੀਂ, ਫਿਰ ਮੈਂ ਉਹਨੂੰ ਚੁੱਕਿਆ, ਮੈਂ ਕਿਹਾ ਬਾਹਰ ਚੱਲ, ਅੱਛਾ ਜੀ। ਤੂੰ ਨਹੀਂ ਬਹਿਣਾ ਸੰਗਤ। ਉਹ ਜਦੋਂ ਉੱਠੇ ਸਨ ਸਾਰੇ ਇਕੱਠੇ ਉੱਠ ਕੇ ਉਹਨਾਂ ਨੇ ਕੁਐਸਚਨ ਕਰਨੇ ਸ਼ੁਰੂ ਕੀਤੇ ਸੀ ਜਾਂ ਕੀ? ਨਾ 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 ਨਾ, ਉਹ ਅੱਗੋਂ ਗੱਲ ਪੈਂਦੇ ਸੀ ਤੁਸੀਂ ਕੌਣ ਹੁੰਦੇ ਸਾਨੂੰ ਰੋਕਣ? ਉਦੋਂ ਕਥਾ ਚੱਲ ਰਹੀ ਸੀ। ਕਥਾ ਚੱਲ ਰਹੀ, ਅੱਛਾ। ਕਥਾ ਨਹੀਂ ਰੁਕੀ। ਫਿਰ ਬਾਹਰ ਲੈ ਕੇ ਆਏ ਆ, ਬਾਹਰ ਆ ਕੇ ਫਿਰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਇਹਨਾਂ ਨੇ ਕਰ ਦਿੱਤੀਆਂ। ਅੱਛਾ, ਜਦੋਂ ਖੜੇ ਹੋਏ ਉਹਨਾਂ ਨੇ ਕੋਈ ਕਿਹਾ ਕਿ ਅਸੀਂ ਕੋਈ ਕੁਐਸਚਨ ਕਰਨਾ ਚਾਹੁੰਦੇ ਹਾਂ, ਖਲੋ ਕੇ ਉਹਨਾਂ ਸਿੱਧਾ ਹੀ? ਕੋਈ ਨਹੀਂ ਕਿਹਾ ਉਹਨਾਂ ਨੇ, ਕੋਈ ਗੱਲਬਾਤ ਬਾਰੇ ਨਹੀਂ ਕਿਹਾ। ਮੈਂ ਬਿਲਕੁਲ ਕਿਹਾ, ਮੈਂ ਕਿਹਾ ਵੀ ਬੈਠ ਕੇ ਜਿਹੜੀ ਗੱਲ ਕਰਨੀ, ਲੜਾਈ ਨਾਲ ਚ ਕੋਈ ਮਸਲਾ ਥੋੜੀ ਹੈ, ਬੈਠ ਕੇ ਗੱਲ ਕਰੋ ਜਿਹੜੀ ਕਰਨੀ। ਹਾਂਜੀ ਹਾਂਜੀ। ਉਲਟੀਆਂ ਉਹਨਾਂ ਦੀਆਂ ਨਾਨੀਆਂ ਵੀ ਗੱਲ ਪੈਣ ਲੱਗ ਪਈਆਂ, ਸਾਰਾ ਕੁਝ ਪੈਣ ਲੱਗ। ਮੈਂ ਬਾਹਰ ਜਦੋਂ ਬਾਹਰ ਗਿਆ, ਬਾਹਰ ਜਾ ਕੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਬਾਹਰ ਖੜੇ ਹੋ ਜਾਓ, ਜੇ ਤੁਸੀਂ ਬੰਨਾ ਬਾਹਰ ਦੀ ਕਥਾ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਵਾ ਦੇਣਾ ਮੈਂ। ਹਾਂਜੀ। ਵੀ ਗੱਲ ਕਰ ਲਿਓ, ਜੇ ਆਪਾਂ ਆਫਿਸ 'ਚ ਬਹਿ ਜਾਾਂਗੇ, ਜਿਹੜੀ ਤੁਸੀਂ ਕੁਐਸਚਨ ਪੁੱਟ ਅਪ ਕਰਨ ਕਰ ਲਿਓ ਜੇ। ਹਾਂਜੀ। ਕੋਈ ਲੜਾਈ ਦਾ ਸੋਲੂਸ਼ਨ ਥੋੜੀ ਹੈ। ਫਿਰ ਜਦੋਂ ਮੈਂ ਬਾਹਰ ਜਾ ਗਿਆ ਤੇ ਬਾਹਰ ਮੁੰਡੇ ਗਰਮਾ ਗਰਮੀ ਹੋਈ, ਮੈਂ ਇਹਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਮੁੜਦੇ ਕਿਉਂ ਨਹੀਂ? ਉਲਟਾ ਮੈਨੂੰ ਗਲਤ ਗਾਲ ਕੱਢ ਕੇ ਬੋਲਿਆ ਤੇ ਨਾਲੇ ਮੇਰੀ ਉਲਟੀ ਪੱਗ ਲਾ ਫੜ ਲੈ, ਪੱਗ ਲਾਤੀ ਮੇਰੀ। ਅੱਛਾ, ਉਹਨੇ ਕਿਹਨਾਂ ਨੇ? ਬਲਜੀਤ ਸਿੰਘ। ਬਲਜੀਤ ਸਿੰਘ ਨੇ। ਅੱਛਾ ਜੀ। ਫਿਰ ਉਹਨਾਂ ਨਾਲ ਫਿਰ ਅਸੀਂ ਗੁੱਸਾ ਤੇ ਆਉਂਦਾ ਹੀ, ਹੁਣ ਸਾਰੇ ਜਿਹੜੇ ਹੁਣ ਖੜੇ ਸੀ ਸਾਰੇ ਲੋਕ ਪੈ ਗਏ, ਸਾਰੇ ਪੈ ਗਏ। ਹਾਂਜੀ ਸੰਗਤ। ਫਿਰ ਇਹਨਾਂ ਨੂੰ ਬੇਇੱਜ਼ਤੀ ਕਰਨ ਦਾ ਮੈਨੂੰ ਨਹੀਂ ਸਮਝ ਆਉਂਦੀ। ਇਹਨਾਂ ਠੇਕਾ ਲਿੱਤਾ ਹੈ, ਵਾਰ-ਵਾਰ ਲੜਾਈ ਲੜਨੀ, ਵਾਰ-ਵਾਰ ਇਵੇਂ ਦੀਆਂ ਗੱਲਾਂ ਹੋਣੀਆਂ, ਵਾਰ-ਵਾਰ ਬੇਇੱਜ਼ਤੀ ਕਰਵਾ ਕੇ ਭੱਜਣਾ, ਇਹ ਠੀਕ ਨਹੀਂ ਹੈਗਾ। ਇਹ ਸਿੱਖ ਕੌਮ ਲਈ ਜਿਹੜਾ ਅਸਲੀ ਸਿੱਖ ਉਹ ਕਦੀ ਇਸ ਪਾਸੇ ਨਹੀਂ ਆਉਂਦਾ। ਨਹੀਂ ਉਹਨੂੰ ਲੜਨਾ ਚਾਹੀਦਾ, ਨਹੀਂ ਉਹਨੂੰ ਕਰਨਾ। ਬੈਠ ਕੇ ਮਸਲੇ ਹੱਲ ਕੀਤੇ ਜਾ ਸਕਦੇ ਨੇ। ਅਸੀਂ ਕਿਉਂ ਵਾਰ-ਵਾਰ ਆਪਸ ਵਿੱਚ ਇੱਥੇ ਹੀ ਰਹਿਣਾ, ਇੱਥੇ ਹੀ ਇੱਕ ਦੂਸਰੇ ਨਾਲ ਰਿਸ਼ਤੇ ਕਰਨੇ ਨੇ, ਇੱਥੇ ਹੀ ਵਿਆਹ ਕਰਨੇ ਨੇ ਆਪਸੇ, ਸਾਰਿਆਂ ਨੇ, ਬੱਚਿਆਂ ਨੇ, ਸਭ ਕੁਝ। ਈਵਨ ਕਿ ਅਸੀਂ ਜਦੋਂ ਸਾਰੇ ਰਲ ਮਿਲ ਕੇ ਜਦੋਂ ਇਸ ਚੀਜ਼ ਨੂੰ ਨਜਿੱਠਦੇ ਨਹੀਂ ਨਾ, ਸਹੀ ਉਦੋਂ ਤੱਕ ਸਾਡਾ ਇਵੇਂ ਖੱਲਰ। ਕਿਉਂਕਿ ਜਿਹੜੀ ਵਿਚਾਰਾਂ ਦੀ ਸਾਂਝ ਇਹ ਹਮੇਸ਼ਾ ਹੋਣੀ ਚਾਹੀਦੀ ਹੈ। ਵਿਚਾਰਾਂ ਦੀ ਸਾਂਝ ਤੋਂ ਲੈ ਕੇ ਜਦੋਂ ਆਪਾਂ ਹੱਥੋਂ ਪਾਈ ਤੱਕ ਜਾਂ ਗੁਰਦੁਆਰਾ ਸਾਹਿਬ ਵਿੱਚ ਆ ਕੇ ਕਰਦੇ ਹਾਂ, ਇਹ ਇਕੱਲੇ ਪ੍ਰਬੰਧਕਾਂ ਦਾ ਨਹੀਂ, ਇਹ ਜਿਹੜੀ ਸਾਰੀ ਸੰਗਤ ਹੈ ਦੁਨੀਆ ਦੇ ਵਿੱਚ ਵੀ ਆਪਣਾ ਜਿਹੜਾ ਇੱਕ ਕਿਸਮ ਦਾ ਜਲੂਸ ਨਿਕਲਦਾ। ਉਹ ਤਾਂ ਨਿਕਲਦਾ, ਉਹ ਤਾਂ ਕਿਉਂ ਨਹੀਂ ਨਿਕਲਦਾ? ਮੈਂ ਤਾਂ ਰਾਤੀ ਵੀ ਤੁਹਾਨੂੰ ਮੈਂ ਕਿਹਾ ਸੀ, ਮੈਂ ਕਿਹਾ ਵੀ ਇਕੱਲਾ ਨੁਕਸਾਨ ਸਾਡਾ ਨਹੀਂ ਹੈਗਾ, ਪੂਰੀ ਸਿੱਖ ਕੌਮ ਦਾ। ਜਿਹੜੇ ਇਹ ਜਿਹੀਆਂ ਚੀਜ਼ਾਂ ਜਾਂਦੀਆਂ, ਮੈਂ ਰਾਤੀ ਤੁਹਾਡੇ ਨਾਲ ਸਾਰੀਆਂ ਬਚਨਾਂ ਕੀਤੇ, ਮੈਂ ਇਹੋ ਗੱਲ ਕਹੀ ਨਾ ਕਿ ਸਾਨੂੰ ਲੜਨੇ ਨਹੀਂ ਚਾਹੀਦੇ। ਸਾਨੂੰ ਹੋਰ ਬੜੇ ਮਸਲੇ ਨੇ ਸਿੱਖ ਕੌਮ ਦੇ, ਜਿੱਥੇ ਅਸੀਂ ਸਟੈਂਡ ਹੋ ਕੇ ਕਈ ਕੁਝ ਕਰਨਾ ਹੈ। ਪਰ ਅਸੀਂ ਜੇ ਆਪਸ ਵਿੱਚ ਸਾਡੇ ਅਸੀਂ ਖੱਚਦੇ ਰਹੇ, ਆਪਸ ਵਿੱਚ ਲੜਦੇ ਰਹੇ, ਤੇ ਅਸੀਂ ਉਹ ਜਿਹੜੇ ਸਿੱਖ ਕੌਮ ਦੇ ਜਿਹੜੇ ਮਸਲੇ ਨੇ ਸਾਰੇ ਲੋਕ, ਬਾਕੀ ਦੇ ਜਿਹੜੀਆਂ ਪੰਥਕ ਜਿਹੜੇ ਬਾਹਰ ਦੇ ਲੋਕ ਨੇ, ਜਿਹੜੇ ਦੂਸਰੀਆਂ ਕਮਿਊਨਿਟੀਆਂ ਜਿਹੜੀਆਂ ਸਾਨੂੰ ਥੱਲੇ ਲਾਉਣ ਤੇ ਤੁਲੀਆਂ ਨੇ, ਉਹਨਾਂ ਨੂੰ ਤਾਂ ਫਿਰ ਮੌਜ, ਉਹਨਾਂ ਦੇ ਅੱਜ ਖਿੱਲੀਆਂ ਡਾਲੀਆਂ। ਅਜੇ ਹੁਣੇ 5-6 ਦਿਨ ਪਹਿਲਾਂ ਦੀ ਗੱਲ ਹੈ, ਜਦੋਂ ਇੱਕ ਮੌਲਵੀ ਨੇ ਜਿਹੜੇ ਦੂਸਰੇ ਧਰਮ ਦੇ ਸਨ, ਉਹਨਾਂ ਨੇ ਸਾਡੇ ਗੁਰੂ ਨਾਨਕ ਦੇਵ ਜੀ ਦੇ ਇੰਨੇ ਜਿਹੜੇ ਉਹਨਾਂ ਨੇ ਸਵਾਲ ਚੁੱਕੇ ਸਨ, ਜਿਹੜੇ ਕਿ ਹਿਸਟਰੀ ਤੋਂ ਬੜੀ ਦੂਰ ਸਨ। ਅਸੀਂ ਸਾਰੀ ਕੌਮ ਇਕੱਠੀ ਹੋ ਕੇ ਉਹਨਾਂ ਦੇ ਨਾਲ ਇਹ ਗੱਲਬਾਤ ਕਰ ਰਹੇ ਸੀ, ਪਰ ਕੁਝ ਦਿਨਾਂ ਬਾਅਦ ਹੀ ਸਾਡੀ ਸਿੱਖ ਕੌਮ ਦੇ ਆਪਣੇ ਸਵਾਲਾਂ ਦੇ ਜਵਾਬ, ਮੈਂ ਇੱਥੋਂ ਤੱਕ ਕਹਾਂਗਾ ਕਿ ਜਿੱਦਾਂ ਮੁਸਲਮਾਨਾਂ ਦੇ ਵਿੱਚ ਸੁੰਨੀ ਸ਼ੀਆ ਇੱਦਾਂ ਹੈ, ਸਾਡੇ ਧਰਮ ਦੇ ਵਿੱਚ ਮੈਂ ਕਹਾਂਗਾ ਕਿ ਸਾਡੇ ਜਿਹੜੇ ਕੋਈ ਮਿਸ਼ਨਰੀ ਵਾਲੇ, ਕੋਈ ਦਮਦਮੀ ਟਕਸਾਲ ਵਾਲੇ, ਮੈਂ ਕਿਸੇ ਨੂੰ ਇਹ ਨਹੀਂ ਕਹਾਂਗਾ ਕਿ ਕੌਣ ਠੀਕ ਹੈ ਤੇ ਕੌਣ ਗਲਤ ਹੈ। ਇਹਨਾਂ ਦੇ ਇੱਕ ਦੂਜੇ ਨੂੰ ਕੁਐਸਚਨ ਆਨਸਰ ਦੇ ਕਰਕੇ ਕੌਮ ਦੇ ਵਿੱਚ ਜਿਹੜੀ ਦੁਬਿਧਾ ਜ਼ਰੂਰ ਪੈਂਦੀ ਹੈ। ਦਲੇਰ ਸਿੰਘ ਜੀ, ਕੀ ਕਹੋਗੇ ਸਾਰੇ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ? ਮੈਂ ਸਾਰਿਆਂ ਨੂੰ ਇਹੋ ਗੱਲ ਕਹਿਣਾ ਚਾਹੁੰਦਾ
ਵੀ ਜਦੋਂ ਮੰਨ ਲਓ ਕੋਈ ਵੀ ਪ੍ਰਚਾਰਕ ਆਵੇ, ਕੋਈ ਵੀ ਬੰਦਾ ਆਵੇ ਬਾਹਰੋਂ, ਵੀ ਜੇ ਉਹ ਤੁਹਾਡੇ ਤੁਸੀਂ ਉਸ ਦੀ ਗੱਲ ਨਾਲ ਸਹਿਮਤ ਨਹੀਂ, ਤੁਹਾਨੂੰ ਦੀਵਾਨ ਦੇ ਵਿੱਚ ਇੱਕਦਮ ਨਹੀਂ ਬੋਲਣਾ ਚਾਹੀਦਾ, ਬੈਠ ਕੇ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਉਹਦੇ 'ਚ ਬੈਠ ਕੇ ਜਿਹੜੀ ਗੱਲ ਹੋ ਜੇ ਉਹਦੇ ਵਰਗੀ ਰੀਸ ਨਹੀਂ ਹੁੰਦੀ। ਤਾਂ ਅਸੀਂ ਐਵੇਂ ਹੁੱਲੜਬਾਜੀ ਜਾ ਕੇ ਮਚਾਣੀ ਜਾਂ ਸੰਗਤ ਦੇ ਵਿੱਚ ਡਿਸਟਰਬਿੰਗ ਕਰਨੀ। ਹੁਣ 500-700 ਬੰਦਾ ਅੰਦਰ ਬੈਠਾ ਸੀਗਾ ਤੇ ਫੁੱਲ ਹਾਲ ਭਰਿਆ ਸੀਗਾ, ਪਰ ਉਹਦੇ 'ਚ ਬੈਠ ਕੇ ਜਦੋਂ ਤੁਸੀਂ ਖਾਮ ਖਾਈ ਆ ਕੇ ਜਦੋਂ ਡਿਸਟਰਬਿੰਗ ਕਰਨੀ ਸ਼ੁਰੂ ਹੋ ਜਾਂਦੀ, ਫਿਰ ਸਾਰਿਆਂ ਨੂੰ ਗੁੱਸਾ ਆ ਜਾਂਦਾ ਹੈ। ਕੱਲਾ ਮੈਨੂੰ ਨਹੀਂ, ਮੈਨੂੰ ਤੇ ਚਲ ਮੈਂ ਜੇ ਪ੍ਰੈਜ਼ੀਡੈਂਟ ਸੀ, ਮੈਂ ਉੱਠ ਕੇ ਉਹਨਾਂ ਦੇ ਅੱਗੇ ਰਿਕੁਐਸਟ ਕੀਤੀ, ਫਿਰ ਸਾਰੇ ਜਿੰਨੇ ਵੀ ਹੈਗੇ ਸਾਰੇ ਉਹਨੂੰ ਗੁੱਸਾ ਚੜ ਗਿਆ ਸਾਰੇ ਲੋਕਾਂ ਨੂੰ। ਇਸ ਕਰਕੇ ਸਾਨੂੰ ਮੈਂ ਫਿਰ ਰਿਕੁਐਸਟ ਕਰਨਾ, ਕੋਈ ਵੀ ਪ੍ਰਚਾਰ ਕਰਦਾ ਉਹਦੇ ਨਾਲ ਬੈਠ ਕੇ ਗੱਲ ਕੀਤੀ ਜਾ ਸਕਦੀ। ਸਾਡੀਆਂ ਜਥੇਬੰਦੀਆਂ ਜੇ ਅਸੀਂ ਹੁਣ ਨਹੀਂ ਮਸਲਾ ਹੱਲ ਕਰ ਸਕਦੇ, ਜੇ ਅਸੀਂ ਮੰਨ ਲਓ ਕੱਲ ਵੱਡੇ ਪੱਧਰ ਤੇ ਅਸੀਂ ਕਹਿੰਦੇ ਅਸੀਂ ਸਾਨੂੰ ਆਪਣੀ ਜਗ੍ਹਾ ਚਾਹੀਦੀ ਆ, ਅਸੀਂ ਜਿੱਥੇ ਰਹਿਣਾ ਹੈ ਜਾਂ ਕੁਝ ਕਰਨਾ, ਫਿਰ ਉਸ ਟਾਈਮ ਅਸੀਂ ਕਿਹੜੇ ਸਵਾਲ ਅਸੀਂ ਹੱਲ ਕਰਾਂਗੇ। ਬਿਲਕੁਲ ਬਿਲਕੁਲ। ਮੈਂ ਇੱਕ ਗੱਲ ਹੋਰ ਇੱਥੇ ਜ਼ਰੂਰ ਕਰਨੀ ਚਾਹਾਂਗਾ। ਅੱਜ ਅਸੀਂ ਉਹਨਾਂ ਦੇ ਨਾਲ ਸਰਬਜੀਤ ਸਿੰਘ ਧੁੰਦਾ ਜੀ ਇੱਥੇ ਆਏ ਸਨ, ਉਹਨਾਂ ਦੇ ਨਾਲ ਅੱਜ ਗੱਲ ਕਰਨੀ ਚਾਹੀ। ਸੋ ਦਲੇਰ ਸਿੰਘ ਜੀ ਮੁੱਖ ਸੇਵਾ ਅਤੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਦੀ ਜਿਹੜੀ ਸਾਰੀ ਕਮੇਟੀ ਸੀ, ਇਹ ਕਹਿੰਦੇ ਕਿ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਅਸੀਂ ਉਹਨਾਂ ਨੂੰ ਜਦੋਂ ਕਮਰੇ ਵਿੱਚ ਲੈ ਕੇ ਆਏ, ਅਸੀਂ ਕਿਹਾ ਵੀ ਅਸੀਂ ਤੁਹਾਡੇ ਨਾਲ ਕੁਝ ਕੁਐਸਚਨ ਜਿਹੜਾ ਦੁਬਿਧਾ ਪੈਂਦੀ ਲੋਕਾਂ ਦੇ ਵਿੱਚ, ਉਹ ਤੁਸੀਂ ਕਲੀਅਰ ਕਰ ਦਿਓ ਤੇ ਆਪਾਂ ਗੱਲਬਾਤ ਕਰਨੀ ਚਾਹੁੰਦੇ ਆ। ਉਹ ਗੱਲ ਕਰਨੀ ਚਾਹੁੰਦੇ ਵੀ ਸਨ, ਪਰ ਉਹਨਾਂ ਦੇ ਨਾਲ ਕੁਝ ਪ੍ਰਬੰਧਕ ਜਿਹੜੇ ਸਨ ਹਿਕਸਵਿਲ ਤੋਂ ਆਏ ਸਨ ਜਾਂ ਜਿਨ੍ਹਾਂ ਦੇ ਕੋਲ ਉਹ ਆਏ ਸਨ, ਉਹਨਾਂ ਨੇ ਕਿਹਾ ਕਿ ਅਸੀਂ ਕੋਈ ਗੱਲ ਨਹੀਂ ਕਰਨੀ ਚਾਹੁੰਦੇ। ਸਾਡਾ ਸਿਰਫ ਗੱਲ ਕਰਨ ਦਾ ਮਕਸਦ, ਸਾਡੇ ਸਵਾਲ ਉਹ ਹਨ ਜਿਹੜੇ ਲੋਕਾਂ ਦੇ ਸਵਾਲ ਹੁੰਦੇ ਹਨ, ਜਿਹੜੇ ਸੰਗਤ ਦੇ ਸਵਾਲ ਹਨ, ਜਿਹੜੇ ਪਬਲਿਕ ਦੇ ਸਵਾਲ ਸਨ। ਅਸੀਂ ਉਹਨਾਂ ਦੇ ਕੋਲੋਂ ਕੁਝ ਗੱਲਾਂ ਪੁੱਛਣੀਆਂ ਚਾਹੁੰਦੇ ਸੀ, ਜਿਹੜੀਆਂ ਗੱਲਾਂ ਲੋਕ ਕਰਕੇ ਉਹਨਾਂ ਦੇ ਵਿਰੋਧਤਾ ਕਰਦੇ ਹਨ ਜਾਂ ਉਹਨਾਂ ਦੇ ਵਿਚਾਰ ਨਹੀਂ ਰਲਦੇ। ਉਹਨਾਂ ਵਿੱਚ ਹੋ ਸਕਦਾ ਹੈ ਚੌਪਈ ਸਾਹਿਬ ਦੀ ਬਾਣੀ ਦਾ ਹੋਵੇ, ਉਹਨਾਂ 'ਚ ਹੋ ਸਕਦਾ 10ਵੇਂ ਗ੍ਰੰਥ ਦੀ ਗੱਲ ਹੋਵੇ, ਉਹਨਾਂ ਦੇ ਵਿੱਚੋਂ ਕੁਝ ਵੀ ਹੋ ਸਕਦਾ ਹੈ ਹੇਮਕੁੰਟ ਸਾਹਿਬ ਦੀ ਗੱਲ ਹੋਵੇ, ਉਹਨਾਂ 'ਚ ਹੋ ਸਕਦਾ ਕਿ ਬਾਬਾ ਮੱਖਣ ਸ਼ਾਹ ਲਵਾਣਾ ਨੂੰ ਜੇ ਬੇੜੇ ਨੂੰ ਗੁਰੂ ਤੇਗ ਬਹਾਦਰ ਨੇ ਜਿਹੜਾ ਮੋਢਾ ਦਿੱਤਾ ਸੀ ਉਹ ਗੱਲ ਹੋਵੇ। ਹੋਰ ਵੀ ਸਾਡੇ ਇਦਾਂ ਦੇ ਕਾਫੀ ਕੁਐਸਚਨ ਸਨ, ਜਿਨ੍ਹਾਂ ਕੁਐਸਚਨਾਂ ਦੇ ਜਿਹੜੇ ਲੋਕ ਜਵਾਬ ਲੈਣਾ ਚਾਹੁੰਦੇ ਸਨ। ਪਰ ਬੜਾ ਵਧੀਆ ਹੁੰਦਾ ਜੇ ਸਰਬਜੀਤ ਸਿੰਘ ਜੀ ਧੁੰਦਾ ਅੱਜ ਸਾਡੇ ਨਾਲ ਇਹ ਗੱਲ ਕਰਕੇ ਇਹ ਗੱਲਾਂ ਕਲੀਅਰ ਕਰ ਜਾਂਦੇ, ਤੇ ਅੱਗੇ ਤੋਂ ਜਿਹੜੇ ਕੁਐਸਚਨਾਂ ਦਾ ਕਰਕੇ ਜਾਂ ਜਿਹੜੇ ਕੁਐਸਚਨਾਂ ਦਾ ਬਹਾਨਾ ਕਰਕੇ ਜਾਂ ਜਿਹੜੇ ਕੁਐਸਚਨ ਕਰਨੇ ਚਾਹੁੰਦੇ ਹਨ ਜਿਹੜੇ ਉਹ ਕਲੀਅਰ ਨਹੀਂ ਹੋ ਸਕੇ, ਉਹ ਕਲੀਅਰ ਕਰ ਜਾਂਦੇ। ਤਾਂ ਅੱਗੇ ਤੋਂ ਮੈਨੂੰ ਲੱਗਦਾ ਸੀ ਕਿ ਥੋੜ੍ਹਾ ਬਹੁਤਾ ਜਿਹੜੀ ਸ਼ਾਂਤੀ ਜਾਂ ਇੱਕ ਦੂਜੇ ਦੇ ਜਿਹੜੇ ਕੁਐਸਚਨਾਂ ਦੇ ਜਵਾਬ ਦਿੱਤੇ ਹੋਣ। ਪਰ ਸੰਗਤ ਵੀ ਕਹਿੰਦੀ ਹੈ ਵੀ ਇਹਨਾਂ ਦੇ ਕੁਐਸਚਨਾਂ ਦੇ ਜਵਾਬ ਤੇ ਉਹਨਾਂ ਨੇ ਦਿੱਤੇ ਨੇ। ਜੋ ਵੀ ਉਹਨਾਂ ਦੀ ਮਰਿਆਦਾ ਜਾਂ ਜੋ ਵੀ ਉਹਨਾਂ ਨੇ ਸਿੱਖਿਆ ਜਾਂ ਜੋ ਵੀ ਉਹ ਜਵਾਬ ਜਿਹੜਾ ਮਰਜ਼ੀ ਦੇ ਸਕਦੇ ਸਨ। ਪਰ ਸਾਨੂੰ ਅਫਸੋਸ ਹੈ ਸਰਬਜੀਤ ਸਿੰਘ ਧੁੰਦਾ ਨਿਊਯਾਰਕ ਦੇ ਵਿੱਚ ਅੱਜ ਸਾਡੇ ਨਾਲ ਗੱਲਬਾਤ ਕਰਨ ਤੋਂ ਮੁਨਕਨ ਹੋਏ। ਸੋ ਇਸ ਗੱਲ ਦਾ ਜ਼ਰੂਰ ਅਫਸੋਸ ਰਹੇਗਾ। ਅਸੀਂ ਹਰ ਕਥਾਵਾਚਕ ਨੂੰ, ਹਰ ਰਾਗੀ ਨੂੰ, ਢਾਡੀ ਨੂੰ, ਜਿਨ੍ਹਾਂ ਨੇ ਵੀ ਪੰਥ ਦੀ ਗੱਲ ਕਰਨੀ ਹੈ, ਜਿਨ੍ਹਾਂ ਨੇ ਪੰਥ ਦੀਆਂ ਵਿਚਾਰਾਂ ਕਰਨੀਆਂ, ਉਹਨਾਂ ਨੂੰ ਜ਼ਰੂਰ ਇੰਨੀ ਗੱਲ ਕਹਾਂਗਾ ਕਿ ਤੁਸੀਂ ਖੁੱਲ੍ਹ ਕੇ ਗੱਲਾਂ ਕਰਿਆ ਕਰੋ, ਹਰ ਸਵਾਲ ਦਾ ਜਵਾਬ ਦਿਓ, ਕੋਈ ਸਵਾਲ ਅਧੂਰਾ ਨਾ ਰੱਖੋ। ਇੱਕ ਜਿਹੜਾ ਮੀਡੀਆ ਹੁੰਦਾ, ਇਹ ਤੀਜੀ ਅੱਖ ਹੁੰਦੀ ਹੈ। ਮੀਡੀਆ ਦਾ ਕੰਮ ਹੀ ਇਹ ਵੇ ਕਿ ਲੋਕਾਂ ਦੇ ਕੁਐਸਚਨ ਤੁਹਾਡੇ ਤੱਕ ਲੈ ਕੇ ਆਉਣਾ। ਸਾਡਾ ਆਪਣਾ ਕੋਈ ਸਵਾਲ ਨਹੀਂ ਹੁੰਦਾ, ਲੋਕਾਂ ਦੇ ਸਵਾਲ ਸੀ। ਪਰ ਅੱਜ ਉਹ ਇਹ ਸਵਾਲਾਂ ਦੇ ਜਵਾਬ ਨਾ ਦਿੰਦੇ ਹੋਏ ਮੈਂ ਇਹ ਗੱਲ ਕਹਿਣੀ ਠੀਕ ਨਹੀਂ ਸਮਝਾਂ ਕਿ ਭੱਜਦੇ ਹੋਏ, ਕਿਉਂਕਿ ਉਹ ਲੱਗਦਾ ਸੀ ਗੱਲ ਕਰਨੀ ਚਾਹੁੰਦੇ ਸਨ। ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲਵਾਣਾ, ਰਿਚਮੰਡ ਹਿੱਲ, ਨਿਊਯਾਰਕ, ਉੱਥੇ ਸਰਬਜੀਤ ਸਿੰਘ ਜੀ ਧੁੰਦਾ ਜੋ ਕਿ ਕਥਾਵਾਚਕ ਹਨ, ਉਹ 2-3 ਦਿਨ ਤੋਂ ਉਹਨਾਂ ਦਾ ਉੱਥੇ ਪ੍ਰੋਗਰਾਮ ਚੱਲ ਰਿਹਾ ਸੀ। ਤਾਂ ਅੱਜ ਸੰਡੇ ਵਾਲੇ ਦਿਨ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਲਈ ਕੁਝ ਸਿੰਘ, ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ, ਇੰਦਰਜੀਤ ਸਿੰਘ, ਇਹਨਾਂ ਨਾਲ ਹੋਰ ਵੀ ਗਏ ਸਨ। ਸੋ ਉੱਥੇ ਉਹ ਝਗੜੇ ਦਾ ਇੱਕ ਕਾਰਨ ਬਣਿਆ, ਮੈਂ ਕਹਿ ਦਾਂਗਾ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲਵਾਣਾ ਅਤੇ ਇਹਨਾਂ ਦੇ ਨਾਲ। ਸੋ ਇਹ ਮੇਰੇ ਨਾਲ ਬਲਜੀਤ ਸਿੰਘ ਜੀ ਬੈਠਾ, ਇਹਨਾਂ ਨਾਲ ਗੱਲ ਕਰਦੇ ਹਾਂ। ਬਲਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤੇ ਉੱਥੇ ਅੱਜ ਇਹ ਝਗੜਾ ਕਿਉਂ, ਕਿੱਦਾਂ ਹੋਇਆ ਵੀ ਤੁਸੀਂ ਉਹਨਾਂ ਨੂੰ ਕੋਈ ਕੁਐਸਚਨ ਕਰਨੇ ਚਾਹੁੰਦੇ ਸੀ? ਹਾਂਜੀ, ਅਸੀਂ ਇਹਦਾ ਪ੍ਰੋਫੈਸਰ ਧੁੰਦੇ ਦਾ ਆਪਾਂ ਪਹਿਲਾਂ ਵੀ ਅੱਜ ਤੋਂ ਕੁਝ ਸਾਲ ਪਹਿਲਾਂ ਵਿਰੋਧ ਕੀਤਾ ਸੀ, ਕਿਉਂਕਿ ਇਹ ਸਾਡੇ ਸਿੱਖ ਇਤਿਹਾਸ ਨੂੰ ਨਕਾਰਦਾ, ਸਾਡੇ ਗੁਰੂਆਂ ਦੀ ਬਾਣੀ ਦੇ ਉੱਤੇ ਕਿੰਤੂ ਪਰੰਤੂ ਕਰਦਾ। ਇਹਨੇ ਸਾਡੇ ਭੋਰਾ ਸਾਹਿਬ ਦੇ ਉੱਤੇ ਵੀ ਇਹਨਾਂ ਕਿਹਾ ਵੀ ਜੇਕਰ ਭੋਰਿਆਂ 'ਚ ਬਹਿ ਕੇ ਮੁਕਤੀ ਮਿਲਦੀ ਤੇ ਫਿਰ ਚੂਹੇ ਸਾਰੇ ਮੁਕਤ ਨਾ ਹੋ ਜਾਂਦੇ। ਸੋ ਅਸੀਂ ਇਹਨਾਂ ਨੂੰ ਬਾਬਾ ਮੱਖਣ ਸ਼ਾਹ ਲਵਾਣਾ ਵਾਲੀ ਕਮੇਟੀ ਨੂੰ ਵੀ ਕਿਹਾ ਸੀ ਕਿ ਅਗਰ ਤੁਸੀਂ ਇੱਕ ਬੰਨੇ ਗੁਰੂ ਲਾਦੋਰੇ ਦਿਵਸ ਮਨਾ ਰਹੇ ਹੋ, ਦੂਸਰੇ ਬੰਨੇ ਤੁਸੀਂ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕਿ ਉਹਨੂੰ ਹਾਇਰ ਕੀਤਾ ਵੀ ਲਵਾਣਾ ਜਿਹੜੀ ਬਰਾਦਰੀ ਉਹਦਾ ਇਤਿਹਾਸ ਕੱਢਣਾ ਆਪਾਂ, ਤੇ ਇੱਕ ਬੰਨੇ ਤੁਸੀਂ ਪ੍ਰੋਫੈਸਰ ਧੁੰਦੇ ਨੂੰ ਬੁਲਾ ਰਹੇ ਹੋ ਜਿਹੜਾ ਮੁੱਢੋਂ ਤੋਂ ਨਕਾਰਦਾ, ਜਿਹੜਾ ਗੱਲ ਮੰਨਦਾ ਹੀ ਨਹੀਂ ਕਿ ਬਾਬਾ ਮੱਖਣ ਸ਼ਾਹ ਦਾ ਜਹਾਜ਼ ਵੀ ਹੋਵੇ ਤਾਂ ਮੋਢਾ ਲਾ ਕੇ ਬੰਨੇ ਲਾ ਸਕਦੇ ਨੇ ਗੁਰੂ ਸਾਹਿਬ, ਤੇ ਕਰਾਮਾਤ ਨੂੰ ਮੰਨਦਾ ਨਹੀਂ। ਤੇ ਅਸੀਂ ਇਹਦੇ ਅਗੇਂਸਟ ਆ। ਪਲੱਸ ਇਹਨੇ ਜਾਪ ਸਾਹਿਬ ਦੇ ਉੱਤੇ ਵੀ ਬਾਣੀ ਨਹੀਂ ਮੰਨਦਾ, ਤੇ ਉਹ ਸੋਟੀ ਲੈ ਕੇ ਉਹਦੇ ਉੱਤੇ ਕਰ ਰਿਹਾ। ਉਹਦੀ ਵੀਡੀਓ ਤੁਹਾਨੂੰ ਆਪਾਂ ਬਾਅਦ ਵਿੱਚ ਭੇਜ ਦਿੰਦੇ ਹਾਂ।
ਸੋ ਅਸੀਂ ਉੱਥੇ ਇਸ ਕਰਕੇ ਗਏ ਸੀ ਐਜ਼ ਅ ਗੁਰਸਿੱਖ ਕਿ ਅਸੀਂ ਚਾਹੁੰਦੇ ਹਾਂ ਵੀ ਜੇਕਰ ਅਸੀਂ ਸਾਰੇ ਹੀ ਚੁੱਪ ਕੀਤੇ ਬੈਠੇ ਰਹੀਏ ਤੇ ਕੱਲ ਨੂੰ ਜਿਹੜਾ ਸਾਡਾ ਇਤਿਹਾਸ ਹੈ ਸਾਡੇ ਬੱਚਿਆਂ ਨੂੰ ਕਿੱਥੋਂ ਪਤਾ ਲੱਗੇਗਾ। ਹਾਂਜੀ, ਸੋ ਇਹਦੇ ਵਿਰੋਧ ਵਿੱਚ ਅਸੀਂ ਆਪਾਂ ਨੂੰ ਗਏ। ਤੇ ਇਹ ਜਿਹੜੇ ਆਪਣੇ ਸਵਾਲ ਜਵਾਬ ਸੀ, ਜੇ ਉਹਨਾਂ ਦੇ ਨਾਲ ਅਸੀਂ ਕੋਈ ਸਵਾਲ ਕਰਨਾ ਚਾਹੁੰਦੇ ਸੀ, ਇਹ ਹੁਣ ਚੱਲਦੇ ਪ੍ਰੋਗਰਾਮ ਦੇ ਨਾਲੋਂ ਆਪਾਂ ਜੇ ਇੱਕ ਮੀਟਿੰਗ ਰੱਖ ਲੈਂਦੇ ਉਹਨਾਂ ਦੇ ਨਾਲ, ਉਹ ਜਿਸ ਤਰ੍ਹਾਂ ਕਮੇਟੀ ਕੋਲ ਆਏ ਸੀ ਉਹਨਾਂ ਨੂੰ ਤੁਸੀਂ ਕਹਿ ਕੇ ਮੀਟਿੰਗ ਰੱਖ ਕੇ ਇੱਦਾਂ ਸਵਾਲ ਜਵਾਬ ਹੋ ਜਾਂਦੇ ਤੇ ਸ਼ਾਇਦ ਝਗੜੇ ਦਾ ਕਾਰਨ ਨਾ ਬਣਦੇ। ਨਹੀਂ, ਅਸੀਂ ਜਦੋਂ ਇਹ ਪਹਿਲਾਂ ਇਹਦਾ ਵਿਰੋਧ ਕੀਤਾ ਸੀ, ਅਸੀਂ ਉਸ ਟਾਈਮ ਤੇ ਰਘਬੀਰ ਸਿੰਘ ਬੱਬੀ ਪ੍ਰਧਾਨ ਸੀ, ਮੈਂ ਤੇ ਗੁਰਵੰਤ ਸਿੰਘ ਬੱਬੀ ਦੇ ਘਰ ਗਏ, ਦਲੇਰ ਸਿੰਘ ਦੇ ਪੈਰਾਂ 'ਚ ਬਹਿ ਗਏ, ਉਹਨੂੰ ਇੱਦਾਂ ਹੱਥ ਜੋੜ ਕੇ ਆਪਾਂ ਕਿਹਾ ਵੀ ਅਸੀਂ ਇੱਕ ਦੂਸਰੇ ਨੂੰ 90 ਤੋਂ ਜਾਣਦੇ ਹਾਂ, ਸਾਨੂੰ 90 ਤੋਂ ਆਪਾਂ ਜਾਣਦੇ ਹਾਂ ਇੱਕ ਦੂਸਰੇ ਨੂੰ, ਭਰਾਵਾਂ ਵਰਗਾ ਸਾਡਾ ਪਿਆਰ ਸੀ। ਇਹਨੂੰ ਮੈਂ ਕਿਹਾ ਵੀ ਯਾਰ ਤੂੰ ਇੱਕ ਬੰਦੇ ਦੇ 2 ਦਿਨ ਦੇ ਪ੍ਰੋਗਰਾਮ ਕਰਕੇ ਆਪਣੇ ਸਾਰਿਆਂ ਦੇ ਵਿੱਚ ਪਾੜ ਪੈ ਰਿਹਾ ਤੇ ਇੱਕ ਪਲੱਸ ਇਹ ਜਿਹੜਾ ਸਾਡੇ ਇਤਿਹਾਸ ਨੂੰ ਨਿਕਾਲ ਰਿਹਾ ਹੈ, ਕਿੰਤੂ ਪਰੰਤੂ ਕਰਦਾ ਹੈ, ਤੈਨੂੰ ਟਾਈਮ ਨਾ ਦਿੱਤਾ ਜਾਵੇ। ਸੋ ਉਸ ਟਾਈਮ ਵੀ ਇਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਸੀ ਤੇ ਜੇ ਉਸ ਟਾਈਮ ਇੰਨਾ ਹੋਣ ਦੇ ਬਾਵਜੂਦ ਵੀ ਇਹਨਾਂ ਗੱਲ ਨਹੀਂ ਸੁਣੀ, ਮੁੜ ਕੇ ਇਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਨਹੀਂ ਬੁਲਾਉਂਦੇ, ਹੁਣ ਇਹਨਾਂ ਫਿਰ ਬੁਲਾਇਆ। ਤਾਂ ਇਹਨਾਂ ਨੇ ਜਿਹੜਾ ਪ੍ਰੋਗਰਾਮ ਹੈ ਉਹ ਬਿਲਕੁਲ ਸੀਕ੍ਰੇਟ ਹੀ ਰੱਖਿਆ। ਇਹਨਾਂ ਨੇ ਇੱਕ ਦਿਨ ਪਹਿਲਾਂ ਰਿਲੀਜ਼ ਕੀਤਾ ਕਿ ਅਸੀਂ ਧੁੰਦਾ ਬੁਲਾ ਰਹੇ। ਠੀਕ ਹੈ ਜੀ। ਹਾਂਜੀ, ਸੋ ਸਾਡੇ ਕੋਲ ਐਸਾ ਕੋਈ ਟਾਈਮ ਨਹੀਂ ਸੀ ਵੀ ਇਹਨਾਂ ਨੂੰ ਫੋਨ ਕਰਕੇ ਗੱਲ ਕਰ ਸਕਦੇ ਜਾਂ ਕੀ ਕਰ ਸਕਦੇ। ਕੱਲ ਸਾਨੂੰ ਪਤਾ ਲੱਗਾ ਤੇ ਕੱਲ ਸ਼ਾਮ ਨੂੰ ਅਸੀਂ ਸੋਚਿਆ ਵੀ ਇਹਦੇ ਅਗੇਂਸਟ ਜਾ ਕੇ ਆਪਾਂ ਪੀਸਫੁਲ ਪ੍ਰੋਟੈਸਟ ਕਰਨਾ ਹੈ। ਸਾਡੀ ਇੱਛਾ ਇਹੀ ਸੀ ਕਿ ਅਸੀਂ ਬਾਹਰ ਖੜੇ ਹੋ ਕੇ ਤੇ ਪ੍ਰੋਟੈਸਟ ਕਰਨਾ ਹੈ। ਅੰਦਰ ਸਿਰਫ ਆਪਾਂ ਗਏ ਮੱਥਾ ਟੇਕਣ ਵਾਸਤੇ ਤੇ ਸਾਨੂੰ ਇਹ ਸੀ ਵੀ ਅਸੀਂ ਇੱਕ ਵਾਰੀ ਅੰਦਰ ਜਾ ਕੇ ਵਾਹਿਗੁਰੂ ਦਾ ਸਿਮਰਨ ਕਰੀਏ। ਡੈਫੀਨਿਟਲੀ ਇਹਨਾਂ ਨੇ ਸਾਨੂੰ ਚੁੱਕ ਕੇ ਬਾਹਰ ਤੇ ਭੇਜ ਹੀ ਦੇਣਾ ਜਾਂ ਫੜ ਕੇ ਭੇਜ ਦੇਣ ਜਾਂ ਕਿਸੇ ਵੀ ਤਰੀਕੇ ਭੇਜ ਦੇਣ। ਤਾਂ ਅਗਰ ਇੱਕ ਵਾਰੀ ਇੰਨਾ ਕੁ ਹੋਣ ਦੇ ਨਾਲ ਇਹ ਸਾਨੂੰ ਬਾਹਰ ਕੱਢ ਦਿੰਦੇ, ਉੱਥੇ ਵੀਡੀਓ ਔਰ ਕੈਮਰੇ ਲੱਗੇ ਹੋਏ ਨੇ, ਅਸੀਂ ਕਿਸੇ ਤੇ ਕੋਈ ਹੱਥ ਨਹੀਂ ਚੁੱਕਿਆ। ਇਹਨਾਂ ਨੇ ਸਾਨੂੰ ਅੰਦਰੋਂ ਮਾਰ ਕੁੱਟ ਕੇ ਬਾਹਰ ਕੱਢ ਦਿੱਤਾ, ਅਸੀਂ ਬਾਹਰ ਆ ਕੇ ਖੜ ਗਏ। ਹੁਣ ਜਦੋਂ ਅਸੀਂ ਬਾਹਰ ਖੜੇ ਆ, ਇਹ ਅੰਦਰੋਂ ਬੋਲ ਰਹੇ ਨੇ, ਅਸੀਂ ਬਾਹਰੋਂ ਬੋਲ ਰਹੇ ਹਾਂ ਤੇ ਸਾਡਾ ਇਹੀ ਟਾਰਗੇਟ ਸੀ ਵੀ ਚਲੋ ਹੁਣ ਦੁਨੀਆ ਦੇ ਵਿੱਚ ਪਤਾ ਲੱਗ ਜਾਏਗਾ ਕਿ ਇਹਦਾ ਵਿਰੋਧ ਹੋ ਰਿਹਾ। ਸਭ ਤੋਂ ਪਹਿਲਾਂ ਜਦੋਂ ਤੁਸੀਂ ਗਏ ਹੋ ਉਦੋਂ ਸਰਬਜੀਤ ਸਿੰਘ ਜੀ ਧੁੰਦਾ ਕਥਾ ਕਰ ਰਹੇ ਸਨ? ਹਾਂਜੀ, ਕਥਾ ਕਰ ਰਹੇ। ਤੇ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਵਿਰੋਧਤਾ ਸੀ ਉਹ ਕਿਸ ਤਰ੍ਹਾਂ ਸ਼ੁਰੂ ਕੀਤੀ? ਅਸੀਂ ਜਾ ਕੇ ਮਹਾਰਾਜ ਦਾ ਜਾ ਕੇ ਪਰਿਕਰਮਾ ਕੀਤੀ ਸਾਰੇ ਸਿੰਘਾਂ ਨੇ ਤੇ ਉੱਥੇ ਬੈਠ ਗਏ। ਬੈਠਣ ਤੋਂ ਬਾਅਦ 1 ਮਿੰਟ ਅੱਧਾ ਕੁ ਮਿੰਟ ਲੈਸ ਦੈਨ ਮਿੰਟ ਆਪਾਂ ਬੈਠੇ ਆ ਤੇ ਉਸ ਤੋਂ ਬਾਅਦ ਅਸੀਂ ਜਕਾਰਾ ਛੱਡ ਕੇ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਵੀ ਸਾਨੂੰ ਇਹ ਵੀ ਅਸੀਂ ਜਾਪ ਕਰਾਂਗੇ ਤੇ ਸਾਨੂੰ ਬਾਹਰ ਕੱਢਣਗੇ, ਕਿਉਂਕਿ ਅਸੀਂ ਕਥਾ ਸੁਣਨ ਤੇ ਗਏ ਨਹੀਂ ਸੀ। ਅਸੀਂ ਗਏ ਸੀ ਉਹਦਾ ਵਿਰੋਧ ਕਰਨ ਵਾਸਤੇ ਵੀ ਅਸੀਂ ਇਹਦੀ ਸੁਣਨਾ ਨਹੀਂ ਚਾਹੁੰਦੇ। ਸੋ ਉਹਨਾਂ ਸਾਨੂੰ ਬਾਹਰ ਵੀ ਕੱਢ ਦਿੱਤਾ। ਬਾਹਰ ਆਉਣ ਦੇ ਬਾਅਦ ਜਦੋਂ ਫਿਰ ਇਹਨਾਂ ਨੇ ਇੱਕ ਦੂਸਰੇ ਦੇ ਸਾਡੇ ਸਿੰਘਾਂ ਦੇ ਉੱਤੇ ਇਹਨਾਂ ਨੇ ਬਾਹਰ ਆ ਕੇ ਭੱਜ ਵਾਰ ਕੀਤੇ। ਉਸ ਤੋਂ ਬਾਅਦ ਅਸੀਂ ਬਾਹਰ ਹੀ ਖੜੇ ਸੀਗੇ ਪੌੜੀਆਂ ਦੇ ਵਿੱਚ ਤੇ ਉਧਰੋਂ ਦਲੇਰ ਸਿੰਘ ਤੇ ਉਹਦਾ ਬੇਟਾ ਗੁਰਜੋਤ ਸਿੰਘ, ਉਹ ਦੋਨੇ ਆਏ ਨੇ। ਇਹ ਆਏ ਪਿੱਛੋਂ ਜਿਵੇਂ ਭੱਜੇ ਹੀ ਆਏ ਨੇ ਤੇ ਇਹਨਾਂ ਨੇ ਸਾਡੇ ਤੇ ਆ ਕੇ ਵਾਰ ਕੀਤਾ। ਦਲੇਰ ਸਿੰਘ ਨੇ ਮੇਰੇ ਥੱਪੜ ਮਾਰਿਆ, ਅਸੀਂ ਉਹਦੇ ਮਾਰਿਆ ਤੇ ਜਦੋਂ ਗੁਰਜੋਤ ਦਸਤਾਰਾਂ ਲੱਥ ਗਈਆਂ। ਉਹਦੇ ਬੇਟੇ ਨੇ ਪਹਿਲਾਂ ਜਦੋਂ ਆਇਆ ਉਹਨੇ ਆਂਦੇ ਕੜਾ ਫੜਿਆ ਹੋਇਆ ਸੀ, ਉਹਨੇ ਕੜਾ ਮੇਰੇ ਅੱਖ ਦੇ ਇੱਧਰ ਮਾਰਿਆ। 2 ਕੜੇ ਉਹਨੇ ਮਾਰੇ, ਇੱਕ ਇੱਧਰ ਤੇ ਇੱਕ ਇੱਧਰ ਮੇਰਾ ਕੱਟ ਕਾਫੀ ਡੂੰਘਾ, ਮੇਰੇ ਹੁਣ ਕਾਫੀ ਪੇਨ ਹੋ ਰਹੀ ਹੈ ਰਾਈਟ ਨੂੰ। ਮੈਂ ਹੁਣ ਬੋਲਦਾ ਵੀ ਹਾਂ ਤੇ ਮੇਰੀ ਅੱਖ ਦੀ ਜਿਹੜੀ ਹੈ ਪ੍ਰੋਬਲਮ ਹੈ ਮੈਨੂੰ ਥੋੜੀ ਦੇਰ ਹੀ। ਠੀਕ ਹੈ। ਸੋ ਤਾਂ ਇੰਦਰਜੀਤ ਸਿੰਘ ਜੀ ਤੁਸੀਂ ਵੀ ਨਾਲ ਸੀ? ਹਾਂਜੀ ਬਿਲਕੁਲ। ਤੇ ਤੁਸੀਂ ਦੱਸੋਗੇ ਕੀ ਇਹ ਜੇ ਆਪਾਂ ਵਿਰੋਧ ਕਰਨਾ ਸੀ, ਜੇ ਬਾਹਰ ਖਲੋ ਕੇ ਆਪਾਂ ਜੇ ਵਿਰੋਧ ਕਰ ਲੈਂਦੇ ਅੰਦਰ ਨਾ ਜਾਂਦੇ ਫਿਰ ਸ਼ਾਇਦ ਲੜਾਈ ਨਾ ਹੁੰਦੀ? ਬਿਲਕੁਲ ਗੱਲ ਇਦਾਂ ਹੀ ਆ, ਪਰ ਸਾਡਾ ਅੰਦਰ ਜਾ ਕੇ ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੱਲ ਕਰਦੇ ਆ ਤੇ ਸਾਡੀ ਇੱਕ ਵੀ ਰੰਚਕ ਮਾਤਰ ਵੀ ਕੋਈ ਮਕਸਦ ਨਹੀਂ ਸੀਗਾ ਕਿ ਕੋਈ ਆਪਾਂ ਕੋਈ ਉੱਥੇ ਜਾ ਕੇ ਖੱਲੜਬਾਜੀ ਕਰਨੀ ਹੈ ਜਾਂ ਕੋਈ ਲੜਨਾ ਆ। ਜਸਟ ਅਸੀਂ ਪਰਿਕਰਮਾ ਕੀਤੀ, ਮੱਥਾ ਟੇਕਿਆ। ਇਹਨਾਂ ਨੇ ਸੋ ਧੁੰਦੇ ਨੂੰ ਇਦਾਂ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਜਿਹੜੇ ਐਕਸ਼ਨ ਦਿੱਤੇ ਇਸ ਤਰੀਕੇ ਦੇ ਨਾਲ ਉਹ ਕਰ ਰਹੇ ਸੀਗੇ ਕਿ ਹਰੇ ਅਸੀਂ ਉਹਨਾਂ ਨੂੰ ਹੱਥੀ ਪੈਣ ਆਏ ਆ। ਅੱਛਾ ਜੀ। ਉਹਨਾਂ ਨੂੰ ਇਦਾਂ ਲੱਗ ਰਿਹਾ ਸੀਗਾ, ਹਾਲਾਂਕਿ ਸਾਡੇ ਮਨ 'ਚ ਸਾਡੀ ਮਨਸਾ ਹੀ ਨਹੀਂ ਹੈ ਨਾ ਕੋਈ ਇਦਾਂ ਦੀ। ਪਰ ਜਿੱਦਾਂ ਦੀ ਉਹਦੀ ਜਿਹੜੀ ਪ੍ਰਚਾਰ ਹੈ ਜਿੱਦਾਂ ਉਹ ਇੱਕ ਲੁਕਮੇ ਰੂਪ ਵਿੱਚ ਪ੍ਰਚਾਰ ਕਰਦਾ ਹੈ, ਭਾਵ ਕਿ ਉਹ ਗੋਲ ਜੀ ਗੱਲ ਕਰਕੇ ਲੋਕਾਂ ਨੂੰ ਉਹਦਾ ਵਿਜ਼ਨ ਕਲੀਅਰ ਨਹੀਂ ਕਰਦਾ ਵੀ ਮੈਂ ਰੱਬੀ ਸ਼ਕਤੀ ਨੂੰ ਮੰਨਣਾ, ਜਾਂ ਜਿਹੜੀਆਂ ਉਹਨੇ ਗੱਲਾਂ ਕੀਤੀਆਂ ਜਾਂ ਭਾਈ ਸਾਹਿਬ ਉਹਨਾਂ ਨੇ ਸਾਰੀਆਂ ਗੱਲਾਂ ਦੱਸਤੀਆਂ ਤੁਹਾਨੂੰ ਵੀ ਕਿੱਦਾਂ ਹੋਰ ਜਿਹੜੀਆਂ ਮੇਨ ਗੱਲ ਇਹ ਹੈ ਕਿ ਧਰਮ ਦਾ ਮਤਲਬ ਹੁੰਦਾ ਆ ਵੀ ਰੱਬ ਨੂੰ ਮੰਨਣਾ, ਤੇ ਰੱਬ ਦਾ ਮਤਲਬ ਹੁੰਦਾ ਵੀ ਇੱਕ ਸ਼ਕਤੀ ਅਦੁੱਤੀ ਸ਼ਕਤੀ ਨੂੰ ਮੰਨਣਾ। ਤੇ ਉਹ ਸ਼ਕਤੀ ਨੂੰ ਇਹਨਾਂ ਪੁੱਛੇ ਦਲੇਰ ਸਿੰਘ ਉਹਦੇ ਪ੍ਰਧਾਨ ਨੇ ਬਾਬਾ ਮੱਖਣ ਸ਼ਾਹ ਲਵਾਣ ਦੇ, ਤੇ ਇਹਨਾਂ ਨੂੰ ਪੁੱਛੇ ਵੀ ਇਹਨੂੰ ਬਿਠਾ ਕੇ ਪੁੱਛੇ ਵੀ ਹੁਣ ਉਹੀ ਸ਼ਕਤੀ ਜਿਹੜੀ ਬਾਬਾ ਮੱਖਣ ਸ਼ਾਹ ਲਵਾਣੇ ਨੇ ਅਰਦਾਸ ਕੀਤੀ ਤਾਂ ਤੁਹਾਨੂੰ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ, ਤੇ ਉਹ ਸ਼ਕਤੀ ਵਰਤੀ ਗੁਰੂ ਸਾਹਿਬ ਨੇ ਮੋਢਾ ਲਾਇਆ ਤੇ ਪਾਰ ਲੱਗਾ ਬੇੜਾ ਕਿ ਨਹੀਂ ਲੱਗਾ ਇਹ ਮੰਨਦਾ ਨਹੀਂ ਹੈ। ਤੁਸੀਂ ਉਹਨੂੰ ਬੁਲਾ ਰਹੇ ਹੋ
ਹਾਂਜੀ ਹਾਂਜੀ ਤੁਸੀਂ ਉਹਨੂੰ ਬੁਲਾ ਰਹੇ ਤੁਸੀਂ ਤੁਹਾਡੇ ਸਾਹਮਣੇ ਬਹਿ ਕੇ ਕਹਿੰਦਾ ਉਹ ਮੰਨਦਾ ਨਹੀਂ ਹੈਗਾ ਇਹ ਗੱਲਾਂ ਤੇ ਹੋਰ ਗੱਲਾਂ ਬਹੁਤ ਜ਼ਿਆਦੀਆਂ ਮੈਂ ਇਹਨਾਂ ਨੂੰ ਹੈਗੀਆਂ ਸੋ ਜਿਹੜੀ ਫਿਰ ਆਪਾਂ ਕਰਕੇ ਤੇ ਅਸੀਂ ਬਾਹਰ ਖੜਨਾ ਹੀ ਸੀਗਾ